हाँ जी राजे, असी पढ़ रहे सी अंग्रेज़ों ते सिखां दा पहला युद्ध। अज असी उस युद्ध दी घटनावां बारे पढ़ांगे। जिवें 11 दसंबर 1845 नूं जो 60,000 सिख सैनिकां दे नाल लाल सिंह ते तेज सिंह दी अगवाही दे हेठ सतलुज दरिया नूं पार कीता। जो लाल सिंह ते तेज सिंह सी ओह सिखां दी अगवाही कर रहे सी सिख सैना दी। ਤਾਂ 13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਸੀ। ਉਸ ਸਮੇਂ ਦੇ ਵਿੱਚ ਫਿਰੋਜ਼ਪੁਰ ਵਿੱਚ ਅੰਗਰੇਜ਼ਾਂ ਦੇ ਕੇਵਲ 8,000 ਸੈਨਿਕ ਸੀ। ਜੇਕਰ ਲਾਲ ਸਿੰਘ ਤੁਰੰਤ ਹੀ ਫਿਰੋਜ਼ਪੁਰ ਉੱਤੇ ਹਮਲਾ ਕਰ ਦਿੰਦਾ ਤਾਂ ਅੰਗਰੇਜ਼ ਸੈਨਾ ਦੀ ਬੁਰੀ ਤਰ੍ਹਾਂ ਹਾਰ ਹੁੰਦੀ, ਪਰ ਉਸ ਨੇ ਜਾਣਬੁੱਝ ਕੇ ਅਜਿਹਾ ਨਾ ਕੀਤਾ ਕਿ ਅਸਲ ਵਿੱਚ ਉਸ ਸਮੇਂ ਲਾਲ ਸਿੰਘ ਦਾ ਫਿਰੋਜ਼ਪੁਰ ਵਿੱਚ ਇੱਕ ਅੰਗਰੇਜ਼ ਸਹਾਇਕ ਏਜੰਟ ਨਿਕਲਸਨ ਨਾਲ ਚਿੱਠੀ ਪੱਤਰ ਚੱਲ ਰਿਹਾ ਸੀ। ਜੋ ਨਿਕਲਸਨ ਸੀ ਉਸ ਨੇ ਸਲਾਹ ਦਿੱਤੀ ਲਾਲ ਸਿੰਘ ਨੂੰ ਕਿ ਜਿੰਨੇ ਦਿਨਾਂ ਤੱਕ ਵੀ ਹੋ ਸਕੇ ਉਹ ਫਿਰੋਜ਼ਪੁਰ ਉੱਤੇ ਹਮਲਾ ਨਾ ਕਰੇ। ਸਿੱਖ ਸੈਨਾ ਨੂੰ ਅੰਗਰੇਜ਼ਾਂ ਨਾਲ ਯੁੱਧ ਹੋਣ ਤੋਂ ਪਹਿਲਾਂ ਹੀ ਮਿਥੀ ਵਿਉਂਤ ਅਨੁਸਾਰ ਖਿੰਡਾ ਦਿੱਤਾ ਗਿਆ। ਇਸ ਦੇ ਵਿੱਚ ਹੋਈ ਸੀ ਇੱਕ ਮੁਦਕੀ ਦੀ ਲੜਾਈ ਜੋ 18 ਦਸੰਬਰ 1845 ਦੇ ਵਿੱਚ ਹੋਈ ਹੈ। ਸਿੱਖ ਸੈਨਾ ਨੇ ਯੁੱਧ ਦੀ ਕੋਈ ਕਾਰਵਾਈ ਨਾ ਕੀਤੀ ਜਦੋਂ ਕਿ ਜਿਹੜਾ ਸਰ ਹਿਊਂਗ ਗਫ ਸੀ ਉਸ ਦੀ ਅਗਵਾਈ ਦੇ ਹੇਠ ਜਿਹੜੇ ਅੰਗਰੇਜ਼ ਸੈਨਾ ਸੀ ਉਹ ਫਿਰੋਜ਼ ਸ਼ਾਹ ਤੋਂ 15 ਤੋਂ 16 ਕਿਲੋਮੀਟਰ ਤੱਕ ਮੁਦਕੀ ਦਾ ਜੋ ਸਥਾਨ ਸੀ ਉੱਥੇ ਜਾ ਪਹੁੰਚੀ ਸੀ। ਲਾਲ ਸਿੰਘ ਛੋਟੀ ਜਿਹੀ ਜਿਹੜੀ ਸਿੱਖ ਸੈਨਾ ਨੂੰ ਮੁਦਕੀ ਲੈ ਗਿਆ ਸੀ, ਜਿੱਥੇ 18 ਦਸੰਬਰ 1845 ਨੂੰ ਲੜਾਈ ਹੋਈ। ਤਾਂ ਜੋ ਅੰਗਰੇਜ਼ਾਂ ਦੀ ਨਾ ਬਰਾਬਰ ਗਿਣਤੀ ਦੀ ਲੜਾਈ ਸੀ। ਅੰਗਰੇਜ਼ਾਂ ਦੀ ਸੈਨਾ ਦੇ ਵਿੱਚ 12,000 ਜਿਹੜੇ ਸੈਨਿਕ ਸੀ, ਜਦੋਂ ਸਿੱਖਾਂ ਦੀ ਸੈਨਾ ਵਿੱਚ ਕੇਵਲ 3500 ਘੋੜਸਵਾਰ, 2,000 ਪੈਦਲ ਸੈਨਿਕ ਅਤੇ ਕੇਵਲ 20 ਤੋਪਾਂ ਸੀ। ਲਾਲ ਸਿੰਘ ਨੇ ਸਿੱਖ ਸੈਨਾ ਦੀ ਅਗਵਾਈ ਕੀਤੀ, ਪਰ ਜੋ ਲੜਾਈ ਹੈ ਉਹ ਸ਼ੁਰੂ ਹੁੰਦਿਆਂ ਹੀ ਉਹ ਪਹਿਲਾਂ ਨਿਸ਼ਚਿਤ ਕੀਤੀ ਗਈ ਜਿਹੜੀ ਯੋਜਨਾ ਸੀ ਉਸ ਦੇ ਅਨੁਸਾਰ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ ਸੀ। ਤਾਂ ਜੋ ਸਿੱਖ ਸੈਨਾ ਹੈ ਆਪਣੀ ਬੜੀ ਬਹਾਦਰੀ ਦੇ ਨਾਲ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਦੀ ਰਹੀ, ਪਰ ਬਹੁਤ ਦੇਰ ਦੁਸ਼ਮਣਾਂ ਦੇ ਅੱਗੇ ਟਿਕ ਨਾ ਸਕੀ। ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦੇ ਵੀ 215 ਸੈਨਿਕ ਮਾਰੇ ਗਏ ਅਤੇ 657 ਸੈਨਿਕ ਫੱਟੜ ਹੋ ਗਏ ਸੀ, ਪਰ ਇਸ ਲੜਾਈ ਦੇ ਵਿੱਚ ਸਿੱਖਾਂ ਦੀ ਹਾਰ ਹੋਈ ਸੀ। ਅੱਗੇ ਕਿ ਫਿਰੋਜ਼ ਸ਼ਾਹ ਜਾਂ ਫਿਰੋਜ਼ ਸ਼ਹਿਰ ਦੀ ਲੜਾਈ 21 ਦਸੰਬਰ 1845। ਮੁਦਕੀ ਦੀ ਲੜਾਈ ਤੋਂ ਪਿੱਛੋਂ 20 ਦਸੰਬਰ 1845 ਨੂੰ ਫਿਰੋਜ਼ਪੁਰ ਤੋਂ ਜਾਨ ਹਿਟਲਰ ਸੀ ਜਿਹੜਾ ਉਸਦੇ ਅਧੀਨ ਅੰਗਰੇਜ਼ ਸੈਨਾ ਸੀ, ਹਿਊਂਗ ਗਫ ਦੀ ਸੈਨਾ ਆ ਮਿਲੀ ਸੀ। ਅਗਲੇ ਦਿਨ 21 ਦਸੰਬਰ ਦੇ ਪਿਛਲੇ ਪਹਿਰ 4 ਵਜੇ ਜੋ ਬ੍ਰਿਟਿਸ਼ ਸੈਨਾ ਸੀ ਉਸਨੇ ਫਿਰੋਜ਼ ਸ਼ਾਹ ਜਾਂ ਫਿਰੋਜ਼ ਸ਼ਹਿਰ ਵਿਖੇ ਡੇਰੇ ਲਾਈ ਬੈਠੀ ਸੀ ਸਿੱਖ ਸੈਨਾ ਉੱਤੇ ਹੱਲਾ ਬੋਲ ਦਿੱਤਾ ਸੀ ਅੰਗਰੇਜ਼ ਸੈਨਾ ਨੇ। ਇਸ ਲੜਾਈ ਦੇ ਵਿੱਚ ਲਾਲ ਸਿੰਘ ਤੇ ਤੇਜ ਸਿੰਘ ਨੇ ਸਿੱਖ ਸੈਨਾ ਦੀ ਅਗਵਾਈ ਕੀਤੀ। ਬਹੁਤ ਭਿਆਨਕ ਸੀ ਜਿਹੜੀ ਉਹ ਲੜਾਈ ਹੋਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਵਿਚਕਾਰ। ਤਾਂ ਪਹਿਲਾਂ ਇਸ ਦੇ ਵਿੱਚ ਸਿੱਖਾਂ ਦੀ ਜੋ ਦਲੇਰੀ ਬਹਾਦਰੀ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ, ਪਰ ਬਾਅਦ ਦੇ ਵਿੱਚ ਸਿੱਖ ਜਿਹੜੇ ਉਹ ਜਿੱਤ ਗਏ ਸੀ। ਅੱਗੇ ਸੀ ਕਿ ਬੱਦੋਵਾਲ ਦੀ ਲੜਾਈ 21 ਜਨਵਰੀ 1846 ਦੇ ਵਿੱਚ। ਇਸ ਲੜਾਈ ਦੇ ਵਿੱਚ ਫਿਰੋਜ਼ ਸ਼ਾਹ ਦੀ ਲੜਾਈ ਦੇ ਪਿੱਛੋਂ ਤਾਂ ਇਸ ਲੜਾਈ ਦੇ ਵਿੱਚ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਲੜਾਈ ਦੇ ਵਿੱਚ 21 ਜਨਵਰੀ 1846 ਨੂੰ ਜੋ ਸਵਾਮੀ ਭਗਤ ਸਰਦਾਰ ਰਣਜੋਧ ਸਿੰਘ ਮਜੀਠੀਆ ਨੇ ਲਾਡਵਾ ਦੇ ਜਿਹੜਾ ਸਰਦਾਰ ਸੀ ਅਜੀਤ ਸਿੰਘ ਨਾਲ ਮਿਲ ਕੇ ਆਪਣੀ ਸੈਨਾ ਦੇ ਨਾਲ ਸਤਲੁਜ ਦਰਿਆ ਨੂੰ ਪਾਰ ਕੀਤਾ ਸੀ ਅਤੇ ਲੁਧਿਆਣੇ ਉੱਤੇ ਹਮਲਾ ਕਰਨ ਦੀ ਤਿਆਰੀ ਜਿਹੜੀ ਉਹ ਕਰਨ ਲੱਗ ਪਏ ਸੀ। ਤਾਂ ਜਿਹੜਾ ਸਰ ਹੈਨਰੀ ਸਮਿਥ ਸੀ ਉਸਨੇ ਆਪਣੀ ਸੈਨਾ ਸਹਿਤ ਲੁਧਿਆਣੇ ਦੀ ਰੱਖਿਆ ਲਈ ਕੂਚ ਕੀਤਾ ਸੀ। ਬੱਦੋਵਾਲ ਨਾਮੀ ਪਿੰਡ ਵਿਖੇ ਦੋਹਾਂ ਪੱਖਾਂ ਵਿਚਾਲੇ ਇੱਕ ਲੜਾਈ ਹੋਈ ਸੀ। ਇਸ ਲੜਾਈ ਦੇ ਵਿੱਚ ਇੱਕ ਰਣਜੋਧ ਸਿੰਘ ਦੀ ਜਿੱਤ ਹੋਈ। ਅੰਗਰੇਜ਼ਾਂ ਦੇ 69 ਸੈਨਿਕ ਮਾਰੇ ਗਏ, 68 ਸੈਨਿਕ ਫੱਟੜ ਹੋ ਗਏ, 77 ਸੈਨਿਕ ਕੈਦ ਹੋ ਗਏ। ਇਸ ਲੜਾਈ ਦੇ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ। ਅੱਗੇ ਕਿ ਅਲੀਵਾਲ ਦੀ ਲੜਾਈ 28 ਜਨਵਰੀ 1846 ਦੇ ਵਿੱਚ ਹੋਈ ਸੀ। ਤਾਂ ਇਹ ਲੜਾਈ ਵੀ ਸੀ ਜੋ ਸਿੱਖਾਂ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀ, ਜਿਸ ਦੇ ਵਿੱਚ ਬਹੁਤ ਖੂਨ ਖਰਾਬੇ ਦੇ ਬਾਅਦ ਸੀ ਜਿਹੜੇ ਉਹ ਅੰਗਰੇਜ਼ ਜਿੱਤੇ ਸੀ, ਸਿੱਖ ਸੀ ਜਿਹੜੇ ਉਹ ਹਾਰ ਗਏ ਸੀ ਇਸ ਲੜਾਈ ਦੇ ਵਿੱਚ। ਅੱਗੇ ਹੈ ਕਿ ਸਮਰਾਓ ਦੀ ਲੜਾਈ 10 ਫਰਵਰੀ 1846 ਦੇ ਵਿੱਚ ਹੋਈ। ਇਸ ਦੇ ਵਿੱਚ ਸੀਗੇ ਗਦਾਰ ਡੋਗਰਾ ਸਰਦਾਰ ਗੁਲਾਬ ਸਿੰਘ ਨੇ ਲਾਹੌਰ ਦਰਬਾਰ ਵੱਲੋਂ ਗਵਰਨਰ ਜਨਰਲ ਲਾਰਡ ਹਾਰਡਿੰਗ ਨਾਲ ਗੱਲਬਾਤ ਕੀਤੀ ਸੀ। ਇਹ ਫੈਸਲਾ ਹੋਇਆ ਸੀ ਕਿ ਜਿਹੜਾ ਅੰਗਰੇਜ਼ ਸਿੱਖ ਸੈਨਾ ਉੱਤੇ ਹਮਲਾ ਕਰਨ
ਅਤੇ ਉਸ ਦੀ ਹਾਰ ਪਿੱਛੋਂ ਸਰਕਾਰ ਲਾਹੌਰ ਸਰਕਾਰ ਹੈ ਜਿਹੜੀ ਆਪ ਸੈਨਾ ਨੂੰ ਖੁੱਲ੍ਹੇ ਆਮ ਤੋੜ ਦੇਵੇ ਤਾਂ ਜੇਤੂਆਂ ਦੇ ਲਈ ਸਤਲੁਜ ਪਾਰ ਕਰਨ ਦਾ ਵਿਰੋਧ ਨਾ ਕੀਤਾ ਜਾਏ। ਉਹਨਾਂ ਲਈ ਰਾਜਧਾਨੀ ਦੀ ਸੜਕ ਹੈ ਜਿਹੜੀ ਉਹ ਖੁੱਲ੍ਹੀ ਰੱਖੀ ਜਾਏ। ਅਜਿਹੀ ਵਿਚਾਰਸ਼ੀਲ ਨੀਤੀ ਤੇ ਨਿਰਲਜ ਰਾਜਧਰੋਹ ਦੇ ਹਾਲਾਤ ਵਿੱਚ ਸਭਰਾਓ ਦੀ ਲੜਾਈ ਜਿਹੜੀ ਉਹ ਲੜੀ ਗਈ ਸੀ। ਇਸ ਲੜਾਈ ਦੇ ਵਿੱਚ ਸਿੱਖ ਸੈਨਿਕਾਂ ਦੀ ਕੁੱਲ ਸੰਖਿਆ 30,000 ਤੋਂ ਲੈ ਕੇ 35,000 ਦੇ ਵਿਚਕਾਰ ਸੀ। ਉਹਨਾਂ ਕੋਲ 70 ਤੋਪਾਂ ਸੀ। 28 ਜਨਵਰੀ ਤੋਂ ਲੈ ਕੇ 9 ਫਰਵਰੀ ਤੱਕ 13 ਦਿਨਾਂ ਦੇ ਦੌਰਾਨ ਸਿੱਖਾਂ ਨੇ ਅੰਗਰੇਜ਼ਾਂ ਉੱਤੇ ਕੋਈ ਹਮਲਾ ਨਾ ਕੀਤਾ, ਜਦੋਂ ਉਹਨਾਂ ਦੀ ਵੱਡੀ ਭੁੱਲ ਮੰਨੀ ਜਾਂਦੀ ਸੀ ਇਹ। ਇਸ ਸਮੇਂ ਦੇ ਦੌਰਾਨ ਗੁਲਾਬ ਸਿੰਘ ਨੇ ਲਾਹੌਰ ਦਰਬਾਰ ਨਾਲ ਵਿਸ਼ਵਾਸਘਾਤ ਕਰਦੇ ਹੋਏ ਅੰਗਰੇਜ਼ਾਂ ਨਾਲ ਗੱਲਬਾਤ ਕੀਤੀ ਸੀ। 7 ਫਰਵਰੀ ਨੂੰ ਗਦਾਰ ਲਾਲ ਸਿੰਘ ਦੇ ਦੂਤਾਂ ਨੇ ਵੀ ਗੁਪਤ ਰੂਪ ਦੇ ਵਿੱਚ ਫਿਰੋਜ਼ਪੁਰ ਜਾ ਕੇ ਸਭਰਾਓ ਦੇ ਜਿਹੜੇ ਸਿੱਖ ਸੀ ਉਹਨਾਂ ਦੇ ਮੋਰਚਿਆਂ ਦੀ ਵਿਉਂਤਬੰਦੀ ਬਾਰੇ ਅੰਗਰੇਜ਼ ਸੈਨਿਕ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਸੀ। ਇਸ ਤੋਂ ਬਾਅਦ ਜਿਹੜੀ ਉਹ ਲੜਾਈ ਆਰੰਭ ਹੋਈ ਅਤੇ ਇਸ ਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਉਹ ਜਿੱਤ ਹੋਈ ਸੀ। ਹੁਣ ਅਸੀਂ ਕਰਾਂਗੇ ਕਿ ਲਾਹੌਰ ਦੀਆਂ ਸੰਧੀਆਂ। ਲਾਹੌਰ ਦੀ ਜਿਹੜੀ ਪਹਿਲੀ ਸੰਧੀ ਸੀ 9 ਮਾਰਚ 1846 ਦੇ ਵਿੱਚ ਹੋਈ ਸੀ। ਜਦੋਂ ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਸੀ ਤਾਂ ਉਸ ਦੇ ਵਿੱਚ ਸਿੱਖਾਂ ਦੀ ਹਾਰ ਹੋਈ। ਤਾਂ ਸਿੱਖਾਂ ਦੀ ਹਾਰ ਦੇ ਪਿੱਛੋਂ ਜੋ ਗਵਰਨਰ ਸੀ ਜਨਰਲ ਲਾਰਡ ਹਾਰਡਿੰਗ ਨੇ ਲਾਹੌਰ ਸਰਕਾਰ ਨਾਲ ਸੰਧੀ ਕਰਨ ਦਾ ਫੈਸਲਾ ਕੀਤਾ। ਜੋ ਗਵਰਨਰ ਜਨਰਲ ਵੱਲੋਂ ਅੰਗਰੇਜ਼ ਸੀ ਜਿਹੜੇ ਰਾਜਨੀਤਿਕ ਅਧਿਕਾਰੀਆਂ ਨੇ ਲਾਹੌਰ ਦਰਬਾਰ ਦੇ ਪ੍ਰਮੁੱਖ ਸਰਦਾਰਾਂ ਨਾਲ ਗੱਲਬਾਤ ਕੀਤੀ, ਜਿਸ ਦੇ ਸਿੱਟੇ ਵਜੋਂ 9 ਮਾਰਚ 1846 ਨੂੰ ਦੋਵਾਂ ਪੱਖਾਂ ਦੇ ਵਿੱਚ ਲਾਹੌਰ ਦੀ ਸੰਧੀ ਸੀ ਜਿਹੜੀ ਉਹ ਹੋਈ ਸੀ। ਇਸ ਸੰਧੀ ਉੱਤੇ ਕੰਪਨੀ ਦੀ ਜਿਹੜੀ ਸਰਕਾਰ ਸੀ ਉਸ ਵੱਲੋਂ ਫਰੈਡਰਿਕ ਕਰੀ ਅਤੇ ਹੈਨਰੀ ਲਾਰੈਂਸ ਦੇ ਦਸਤਖਤ ਕੀਤੇ ਗਏ ਸੀ। ਇਸ ਦੀਆਂ ਕੁਝ ਧਾਰਾਵਾਂ ਸੀ ਜਿਵੇਂ ਕਿ ਬ੍ਰਿਟਿਸ਼ ਸਰਕਾਰ ਅਤੇ ਮਹਾਰਾਜਾ ਦਲੀਪ ਸਿੰਘ ਅਤੇ ਉਸਦੇ ਉੱਤਰਾਧਿਕਾਰੀਆਂ ਵਿਚਕਾਰ ਸਦਾ ਸ਼ਾਂਤੀ ਅਤੇ ਮਿੱਤਰਤਾ ਬਣੀ ਰਹੇਗੀ। ਲਾਹੌਰ ਦੇ ਮਹਾਰਾਜਾ ਨੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਸਤਲੁਜ ਦਰਿਆ ਅਤੇ ਦੱਖਣ ਦੇ ਵਿੱਚ ਸਥਿਤ ਜਿਹੜੇ ਸਭ ਪ੍ਰਦੇਸ਼ ਸੀ ਉਹਨਾਂ ਤੋਂ ਹਮੇਸ਼ਾ ਲਈ ਆਪਣਾ ਅਧਿਕਾਰ ਹਟਾ ਲੈਣਾ ਸਵੀਕਾਰ ਕਰ ਲਿਆ ਸੀ। ਲਾਹੌਰ ਸੰਧੀ ਦੇ ਦੌਰਾਨ ਮਹਾਰਾਜੇ ਨੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਾਲੇ ਸਾਰੀ ਮੈਦਾਨੀ ਅਤੇ ਪਹਾੜੀ ਇਲਾਕੇ ਅਤੇ ਕਿਲ੍ਹੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ਸੀ। ਅੰਗਰੇਜ਼ਾਂ ਨੇ ਯੁੱਧ ਦੇ ਹਰਜਾਨੇ ਵਜੋਂ ਲਾਹੌਰ ਸਰਕਾਰ ਤੋਂ 1.5 ਕਰੋੜ ਰੁਪਏ ਦੀ ਭਾਰੀ ਧਨ ਰਾਸ਼ੀ ਦੀ ਮੰਗ ਕੀਤੀ, ਕਿਉਂਕਿ ਜਿਹੜੀ ਲਾਹੌਰ ਸਰਕਾਰ ਸੀ ਇੰਨੀ ਭਾਰੀ ਰਕਮ ਦੇਣ ਵਿੱਚ ਅਸਮਰਥ ਸੀ। ਇਸ ਲਈ 1 ਕਰੋੜ ਰੁਪਏ ਦੇ ਬਦਲੇ ਵਿੱਚ ਉਸਨੇ ਅੰਗਰੇਜ਼ਾਂ ਨੂੰ ਸਿੰਧ ਅਤੇ ਬਿਆਸ ਦਰਿਆਵਾਂ ਵਿਚਾਲੇ ਸਥਿਤ ਸਾਰੇ ਪਹਾੜੀ ਪ੍ਰਦੇਸ਼ ਸੀ ਜਿਹੜੇ ਉਹ ਦੇ ਦਿੱਤੇ ਸੀ ਮਹਾਰਾਜਾ ਨੇ ਅੰਗਰੇਜ਼ਾਂ ਨੂੰ। ਤਾਂ ਮਹਾਰਾਜਾ ਨੇ ਲਾਹੌਰ ਸੈਨਾ ਦੇ ਵਿਦਰੋਹੀ ਦਸਤਿਆਂ ਨੂੰ ਤੋੜ ਦੇਣ ਅਤੇ ਉਹਨਾਂ ਦੇ ਹਥਿਆਰ ਖੋਹ ਲੈਣ ਦਾ ਵਚਨ ਦਿੱਤਾ। ਇਹ ਫੈਸਲਾ ਵੀ ਹੋਇਆ ਸੀ ਕਿ ਜਿਹੜਾ ਲਾਹੌਰ ਰਾਜ ਹੈ ਉਹਦੀ ਕੁੱਲ ਸੈਨਾ ਪੈਦਲ ਸੈਨਿਕਾਂ ਦੀਆਂ 25 ਬਟਾਲੀਅਨ ਜਿਸ ਦੇ ਵਿੱਚ ਕਿ 20,000 ਸੈਨਿਕ ਹੋ ਗਏ, 12,000 ਘੋੜਸਵਾਰਾਂ ਤੋਂ ਵੱਧ ਨਹੀਂ ਹੋਵੇਗੀ। ਤਾਂ ਇਸ ਸੰਧੀ ਦੇ ਦੌਰਾਨ ਇਹ ਧਾਰਾਵਾਂ ਵੀ ਹੋਈਆਂ ਸੀ ਕਿ ਸਭਰਾਓ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦੀਆਂ 36 ਤੋਪਾਂ ਜੋ ਸਿੱਖਾਂ ਦੇ ਹੱਥ ਲੱਗੀਆਂ ਉਹਨਾਂ ਨੂੰ ਮੋੜ ਦਿੱਤੀਆਂ ਜਾਣ ਅੰਗਰੇਜ਼ਾਂ ਨੂੰ। ਅਤੇ ਜਿਹੜੇ ਅੰਗਰੇਜ਼ ਨੇ ਸੈਨਿਕਾਂ ਨੂੰ ਬਿਨਾਂ ਕਿਸੇ ਰੋਕ ਟੋਕ ਲਾਹੌਰ ਸਰਕਾਰ ਦੇ ਇਲਾਕਿਆਂ ਵਿੱਚੋਂ ਲੰਘਣ ਦਿੱਤਾ ਜਾਵੇਗਾ। ਲਾਹੌਰ ਸਰਕਾਰ ਹੈ ਜਿਹੜੀ ਉਹਨਾਂ ਨੂੰ ਸਾਰੀਆਂ ਸੰਭਵ ਸਹੂਲਤਾਂ ਦੇਵੇਗੀ। ਇਸ ਤੋਂ ਬਾਅਦ ਹੈ ਕਿ ਲਾਹੌਰ ਦੀ ਦੂਜੀ ਸੰਧੀ ਹੋਈ ਸੀ 11 ਮਾਰਚ 1846 ਦੇ ਵਿੱਚ। ਲਾਲ ਸਿੰਘ ਅਤੇ ਹੋਰ ਵਿਸ਼ਵਾਸਘਾਤੀ ਸਰਦਾਰ ਸੀ ਜਿਹੜੇ ਉਹਨਾਂ ਦੀ ਬੇਨਤੀ 'ਤੇ ਬ੍ਰਿਟਿਸ਼ ਸੈਨਾ ਸੀ ਕੁਝ ਮਹੀਨਿਆਂ ਲਈ ਲਾਹੌਰ ਦੇ ਵਿੱਚ ਰਹੇ। ਉਹਨਾਂ ਨੇ ਇਹ ਬੇਨਤੀ ਕੀਤੀ ਸੀ ਪਰ ਉਹਨਾਂ ਦਾ ਜੀਵਨ ਦਾ ਜਿਹੜਾ ਸਿੱਖ ਸੈਨਿਕਾਂ ਤੋਂ ਸੁਰੱਖਿਅਤ ਰਹਿ ਸਕੇ। ਦੋਵਾਂ ਸਰਕਾਰਾਂ ਦੇ ਵਿੱਚ 11 ਮਾਰਚ ਨੂੰ ਇੱਕ ਹੋਰ ਸੰਧੀ ਹੋਈ ਜਿਸ ਦੀਆਂ ਮੁੱਖ ਸ਼ਰਤਾਂ ਸੀ ਜਿਵੇਂ ਬ੍ਰਿਟਿਸ਼ ਸਰਕਾਰ ਸੀ ਜਿਹੜੀ ਮਹਾਰਾਜਾ ਦਲੀਪ ਸਿੰਘ ਅਤੇ ਲਾਹੌਰ ਸ਼ਹਿਰ ਦੇ ਨਿਵਾਸੀ ਸੀ ਉਹਨਾਂ ਦੀ ਰੱਖਿਆ ਦੇ ਲਈ ਲਾਹੌਰ ਦੇ ਵਿੱਚ 1846 ਈਸਵੀ ਤੱਕ ਅੰਤ ਤੱਕ ਕਾਫੀ ਸੰਖਿਆ ਵਿੱਚ ਸੈਨਾ ਰੱਖੇਗੀ। ਜੇ ਲਾਹੌਰ ਦਰਬਾਰ ਦੀ ਰਾਏ ਵਿੱਚ ਕਿਸੇ ਸਮੇਂ ਵੀ ਉਸਦਾ ਉਦੇਸ਼ ਪੂਰਾ ਹੋ ਜਾਏ ਤਾਂ ਇਸ ਸੈਨਾ ਨੂੰ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਹਟਾ ਲਿਆ ਜਾਵੇਗਾ। ਪਰ 1846 ਦੇ ਵਿੱਚ ਇਸ ਸਾਲ ਦੇ ਖਾਤਮੇ ਉਪਰੰਤ ਕਿਸੇ ਹਾਲਤ ਵਿੱਚ ਵੀ ਲਾਹੌਰ ਵਿੱਚ ਨਹੀਂ ਰਹੇਗੀ। ਤਾਂ ਦੂਸਰੀ ਸ਼ਰਤ ਇਹ ਸੀ ਕਿ ਲਾਹੌਰ ਦਾ ਕਿਲ੍ਹਾ ਅਤੇ ਸ਼ਹਿਰ ਪੂਰੇ ਤੌਰ 'ਤੇ ਅੰਗਰੇਜ਼ ਸੈਨਾ ਦੇ ਅਧਿਕਾਰ ਵਿੱਚ ਹੋਵੇਗਾ। ਲਾਹੌਰ ਸਰਕਾਰ ਨੂੰ ਅੰਗਰੇਜ਼ਾਂ ਨੂੰ ਦਿੱਤੇ ਗਏ ਇਲਾਕਿਆਂ ਦੇ ਕਿਲ੍ਹਿਆਂ ਵਿੱਚੋਂ ਤੋਪਾਂ ਨੂੰ ਛੱਡ ਕੇ ਆਪਣਾ ਸਾਰਾ ਖਜ਼ਾਨਾ ਅਤੇ ਸੰਪੱਤੀ ਜਿਹੜੀ ਕੱਢ ਕੇ ਲਿਆਉਣ ਦਾ ਅਧਿਕਾਰ ਹੋਵੇਗਾ। ਲਾਹੌਰ ਦੀਆਂ ਜੋ 2 ਸੰਧੀਆਂ ਹੋਈਆਂ ਸੀ ਉਹਨਾਂ ਦੀ ਮਹੱਤਤਾ ਵੀ ਸੀ
ਜਿਵੇਂ ਕਿ ਲਾਰਡ ਹਾਰਡਿੰਗ ਨੇ ਸਿੱਖਾਂ ਨੂੰ ਹਰਾਉਣ ਤੋਂ ਬਾਅਦ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਨਾ ਕੀਤਾ, ਪਰ 9 ਮਾਰਚ ਅਤੇ 11 ਮਾਰਚ ਦੀਆਂ ਜਿਹੜੀਆਂ ਲਾਹੌਰ ਦੀਆਂ ਸੰਧੀਆਂ ਹੋਈਆਂ ਸੀ ਦੋ, ਉਹਨਾਂ ਦੇ ਰਾਹੀਂ ਲਾਹੌਰ ਰਾਜ ਨੂੰ ਹਰ ਤਰ੍ਹਾਂ ਨਾਲ ਨਿਰਬਲ ਕਰ ਦਿੱਤਾ ਗਿਆ। ਅੰਗਰੇਜ਼ਾਂ ਨੇ ਨਾ ਕੇਵਲ ਲਾਹੌਰ ਰਾਜ ਦੇ ਸਤਲੁਜ ਦੇ ਦੱਖਣ ਵਿੱਚ ਸਥਿਤ ਇਲਾਕਿਆਂ ਉੱਤੇ ਹੀ ਕਬਜ਼ਾ ਕਰ ਲਿਆ, ਸਗੋਂ ਉਹਨਾਂ ਨੇ ਦੁਆਬਾ, ਬਿਸਤ, ਜਲੰਧਰ ਦੇ ਬਹੁਤ ਉਪਜਾਊ ਇਲਾਕਿਆਂ ਉੱਤੇ ਵੀ ਅਧਿਕਾਰ ਹੈ ਜਿਹੜਾ ਉਹ ਕਰ ਲਿਆ ਸੀ। ਇਹ ਸੀ ਰਾਜੇ ਲਾਹੌਰ ਦੀਆਂ ਦੋ ਸੰਧੀਆਂ ਅਤੇ ਉਹਨਾਂ ਦੀ ਮਹੱਤਤਾ। ਇਸ ਟੌਪਿਕ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਹੈ। ਧੰਨਵਾਦ।